हेलो स्टूडेंट्स, वेलकम टू हिस्ट्री क्लास। ਅੱਜ ਅਸੀਂ ਨਵਾਂ ਕੁਐਸਚਨ ਸ਼ੁਰੂ ਕਰਾਂਗੇ। ਅੱਜ ਦਾ ਕੁਐਸਚਨ ਹੈ ਬ੍ਰਹਮੋ ਸਮਾਜ ਦੇ ਯੋਗਦਾਨ ਦਾ ਵਰਣਨ ਕਰੋ। ਤੁਹਾਨੂੰ ਇੱਥੇ ਇੱਕ ਇੰਪੋਰਟੈਂਟ ਸੂਚਨਾ ਦੇ ਦਾਂ। ਇਹ ਕੁਐਸਚਨ ਪਿਛਲੇ ਸਾਲ 18 ਨੰਬਰ ਦਾ ਪੁੱਛਿਆ ਜਾ ਚੁੱਕਿਆ ਹੈ, ਇਸ ਲਈ ਇਸ ਸਾਲ ਇਸ ਦੇ ਆਉਣ ਦੀ ਸੰਭਾਵਨਾ ਘੱਟ ਹੈ, परंतु क्योंकि ये साढ़े सिलेबस विच है इसलिए असी इस क्वेश्चन नूं करांगे जरूर। इस क्वेश्चन नूं करते समय किताब विच जिहड़ियां गैर जरूरी गल्लां हन उन्हां नूं असी हटांदे होए प्रश्न नूं पूरा असी नोट्स के रूप विच बनावांगे। शुरू करते हैं। ब्रह्मो समाज 19वीं सदी विच भारत ਵਿੱਚ ਚੱਲੇ ਸਮਾਜਿਕ ਧਾਰਮਿਕ ਸੁਧਾਰ ਅੰਦੋਲਨਾਂ ਵਿੱਚ ਬ੍ਰਹਮੋ ਸਮਾਜ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਸ ਦੀ ਸਥਾਪਨਾ ਰਾਜਾ ਰਾਮ ਮੋਹਨ ਰਾਏ ਨੇ 1828 ਈਸਵੀ ਦੇ ਵਿੱਚ ਕਲਕੱਤੇ ਵਿਖੇ ਕੀਤੀ ਸੀ। ਉਹਨਾਂ ਦੇ ਬਾਅਦ ਦੇਵੇਂਦਰਨਾਥ ਟੈਗੋਰ ਅਤੇ ਕੇਸ਼ਵ ਚੰਦਰ ਸੈਨ ਨੇ ਬ੍ਰਹਮੋ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਬ੍ਰਹਮੋ ਸਮਾਜ ਨੇ ਭਾਰਤੀ समाज ते छाए हुए हनेरे नूं दूर करन अते एक नवीं रोशनी बिखरन दे विच जो महत्वपूर्ण योगदान दिता उसनूं हमेशा याद रखिया जाएगा। अगला असीं पॉइंट बनावांगे राजा राम मोहन राय दा मुढ़ला जीवन। राजा राम मोहन राय नूं आधुनिक भारत दा जनक कहा जाता है। उन्हां दा जन्म 22 मई 1772 ईस्वी ਨੂੰ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਸਥਿਤ ਰਾਧਾ ਨਗਰ ਨਾਂ ਦੇ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਂ ਰਮਾਕਾਂਤ ਰਾਏ ਅਤੇ ਉਹਨਾਂ ਦੀ ਮਾਤਾ ਜੀ ਦਾ ਨਾਂ ਤਾਰਿਣੀ ਦੇਵੀ ਸੀ। ਰਾਜਾ ਰਾਮ ਮੋਹਨ ਰਾਏ ਬਚਪਨ ਤੋਂ ਹੀ प्रतिभा दे धनी सन, यानी बड़े होशियार सन। उन्होंने अपनी मुढ़ली सिक्ख्या हुगली तो प्राप्त की अते बंगला भाषा विच पर्याप्त कौशल भी प्राप्त किया। उन्होंने अरबी ते फारसी की सिक्ख्या पटना विच अते संस्कृत की सिक्ख्या वाराणसी तो प्राप्त की। बाद विच उन्होंने अंग्रेजी, फ्रांसीसी, यूनानी ਅਤੇ लैटिन आदि भाषावां भी सीखियां। राजा राम मोहन राय ने न केवल हिंदू बल्कि इस्लाम, जैन, बौद्ध ਅਤੇ ईसाई धर्म का भी बड़ा डूंगा अध्ययन किया। 1803 ईस्वी विच राजा राम मोहन राय ने अकेश्वरवादियों ਨੂੰ उपहार ਨਾਂ ਦੀ पुस्तक की रचना की। इस विच उन्होंने मूर्ति पूजा का खंडन किया ਅਤੇ एक सर्वशक्तिमान परमात्मा विच अपनी आस्था प्रकट की। राजा राम मोहन राय ने 1805 ईस्वी तो लैके 1814 ईस्वी तक ब्रिटिश ईस्ट इंडिया कंपनी विच नौकरी की। 1815 ईस्वी विच राजा राम मोहन राय ने कलकत्ता विच आत्मी सभा की स्थापना की। उन्होंने 1820 ईस्वी विच एक होर प्रसिद्ध पुस्तक द प्रीसेप्ट्स ऑफ जीसस प्रकाशित की। राजा राम मोहन राय का सब तो प्रसिद्ध कारज 20 अगस्त 1828 ईस्वी ਨੂੰ कलकत्ते विच ब्रह्मो समाज की स्थापना करना सी। राजा राम मोहन राय 19 नवंबर 1830 ईस्वी ਨੂੰ भारत तो मुगल बादशाह अकबर दूजे का सुनेहा लेके इंग्लैंड के रही रवाना होए। अचानक बीमार हो जाने के कारण वो 27 सितंबर 1833 ईस्वी ਨੂੰ इंग्लैंड के ब्रिस्टल नगर विच हमेशा के लिए इस दुनिया ਨੂੰ छड़ के चले गए। अगला असी पॉइंट बनावांगे राजा राम मोहन राय का योगदान। राजा राम मोहन राय भारतीय पुनर्जागरण ਜਾਂ ਨਵ ਜਾਗਰਣ ਦੇ ਅਗਰਦੂਤ ਅਤੇ ਸਮਾਜਿਕ ਧਾਰਮਿਕ ਸੁਧਾਰ ਅੰਦੋਲਨਾਂ ਦੇ ਪ੍ਰਵਰਤਕ ਸਨ।
ਉਹਨਾਂ ਨੇ ਭਾਰਤੀਆਂ ਨੂੰ ਸਦੀਆਂ ਦੀ ਨੀਂਦ ਤੋਂ ਜਗਾਇਆ। ਉਹਨਾਂ ਨੇ ਆਪਣੇ ਅਨੇਕ ਯਤਨਾਂ ਨਾਲ ਭਾਰਤੀ ਸਮਾਜ ਵਿੱਚ ਫੈਲੀ ਅਨੇਕ ਸਮਾਜਿਕ ਤੇ ਧਾਰਮਿਕ ਬੁਰਾਈਆਂ ਨੂੰ ਦੂਰ ਕੀਤਾ। ਇਸਤਰੀਆਂ ਦੇ ਉਤਥਾਨ ਦੇ ਲਈ ਉਹਨਾਂ ਨੇ ਜੋ ਪ੍ਰਯਾਸ ਕੀਤੇ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਸਿੱਖਿਆ, ਆਰਥਿਕ, ਪੱਤਰਕਾਰਿਤਾ ਅਤੇ ਰਾਜਨੀਤਿਕ ਖੇਤਰਾਂ ਵਿੱਚ ਵੀ ਉਹਨਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਕਾਰਨ ਆਧੁਨਿਕ ਭਾਰਤੀ ਇਤਿਹਾਸ ਵਿੱਚ ਰਾਜਾ ਰਾਮ ਮੋਹਨ ਰਾਏ ਦਾ ਨਾਂ ਹਮੇਸ਼ਾ ਹੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ। ਉਹਨਾਂ ਦੇ ਯੋਗਦਾਨਾਂ ਨੂੰ ਅਸੀਂ ਕੁਝ ਪੁਆਇੰਟਸ ਦੇ ਵਿੱਚ ਸਮਝ ਸਕਦੇ ਹਾਂ। ਪਹਿਲਾ ਹੈ ਧਾਰਮਿਕ ਖੇਤਰ ਵਿੱਚ ਯੋਗਦਾਨ। ਰਾਜਾ ਰਾਮ ਮੋਹਨ ਰਾਏ ਨੇ ਧਾਰਮਿਕ ਖੇਤਰ ਵਿੱਚ ਉਲੇਖਨੀ ਯੋਗਦਾਨ ਦਿੱਤਾ। ਉਹਨਾਂ ਨੇ ਪ੍ਰਾਚੀਨ ਹਿੰਦੂ ਧਰਮ ਦੇ ਗੌਰਵ ਨੂੰ ਦੁਬਾਰਾ ਸਥਾਪਿਤ ਕਰਨ ਦੇ ਯਤਨ ਕੀਤੇ। ਉਹਨਾਂ ਨੇ ਹਿੰਦੂ ਧਰਮ ਵਿੱਚ ਪ੍ਰਚਲਿਤ ਬੁਰਾਈਆਂ ਅਤੇ ਅੰਧ ਵਿਸ਼ਵਾਸਾਂ ਦਾ ਘੋਰ ਵਿਰੋਧ ਕੀਤਾ। ਉਹਨਾਂ ਨੇ ਇੱਕ ਈਸ਼ਵਰ ਦੀ ਉਪਾਸਨਾ 'ਤੇ ਜ਼ੋਰ ਦਿੱਤਾ। ਉਹ ਮੂਰਤੀ ਪੂਜਾ ਨੂੰ ਹਿੰਦੂ ਧਰਮ ਦਾ ਅੰਗ ਨਹੀਂ ਮੰਨਦੇ ਸਨ। ਉਹਨਾਂ ਨੇ ਵੇਦਾਂ ਅਤੇ ਉਪਨਿਸ਼ਦਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਵੇਦਾਂਤ ਸੂਤਰ, ਵੇਦਾਂਤ ਸਾਰ, ਈਸ਼, ਕੇਨ ਅਤੇ ਕਠ ਉਪਨਿਸ਼ਦਾਂ ਦਾ ਅੰਗਰੇਜ਼ੀ ਅਤੇ ਬੰਗਲਾ ਭਾਸ਼ਾ ਦੇ ਵਿੱਚ ਅਨੁਵਾਦ ਕਰਵਾਇਆ। ਉਹਨਾਂ ਨੇ ਹਿੰਦੂ ਧਰਮ ਵਿੱਚ ਬ੍ਰਾਹਮਣਾਂ ਦੁਆਰਾ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਵਿਰੋਧ ਕੀਤਾ। ਉਹਨਾਂ ਨੇ ਲੋਕਾਂ ਨੂੰ ਬ੍ਰਾਹਮਣਾਂ ਦੀ ਮਦਦ ਤੋਂ ਬਿਨਾਂ ਖੁਦ ਹੀ ਆਪਣੇ ਸੰਸਕਾਰਾਂ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਪਸ਼ੂ ਬਲੀ ਪ੍ਰਥਾ ਦੀ ਨਿੰਦਾ ਕੀਤੀ। ਉਹਨਾਂ ਨੇ ਬ੍ਰਹਮੋ ਸਮਾਜ ਦੇ ਮੰਦਿਰਾਂ ਦੇ ਦਰਵਾਜ਼ੇ ਸਾਰੇ ਧਰਮ ਅਤੇ ਜਾਤੀਆਂ ਦੇ ਲੋਕਾਂ ਦੇ ਲਈ ਖੋਲ੍ਹ ਦਿੱਤੇ। ਰਾਜਾ ਰਾਮ ਮੋਹਨ ਰਾਏ ਨੇ ਲੋਕਾਂ ਨੂੰ ਪਾਪਾਂ ਤੋਂ ਦੂਰ ਰਹਿਣ ਅਤੇ ਸਾਦਾ ਜੀਵਨ ਜੀਣ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਦਾ ਵਿਸ਼ਵਾਸ ਸੀ ਕਿ ਮਨੁੱਖ ਨੂੰ ਕਰਮਾਂ ਦੇ ਅਨੁਸਾਰ ਹੀ ਫਲ ਮਿਲਦਾ ਹੈ। ਉਹਨਾਂ ਨੇ ਲੋਕਾਂ ਨੂੰ ਵਿਅਰਥ ਦੇ ਰੀਤੀ ਰਿਵਾਜਾਂ ਨੂੰ ਛੱਡਣ ਦੇ ਲਈ ਵੀ ਕਿਹਾ। ਇਸ ਤਰ੍ਹਾਂ ਰਾਜਾ ਰਾਮ ਮੋਹਨ ਰਾਏ ਨੇ ਅਨੇਕ ਧਾਰਮਿਕ ਸੁਧਾਰ ਕੀਤੇ। ਅਗਲਾ ਮੇਨ ਪੁਆਇੰਟ ਹੈ ਸਮਾਜਿਕ ਖੇਤਰ ਵਿੱਚ ਸੁਧਾਰ। ਰਾਜਾ ਰਾਮ ਮੋਹਨ ਰਾਏ ਨੇ ਸਮਾਜਿਕ ਖੇਤਰ ਵਿੱਚ ਵੀ ਮਹੱਤਵਪੂਰਨ ਕੰਮ ਕੀਤੇ। ਉਹਨਾਂ ਦਾ ਕਥਨ ਸੀ ਕਿ ਕੋਈ ਵੀ ਸਮਾਜ ਉਦੋਂ ਤੱਕ ਪ੍ਰਗਤੀ ਨਹੀਂ ਕਰ ਸਕਦਾ ਜਦ ਤੱਕ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਨਾ ਦਿੱਤੇ ਜਾਣ। ਉਹਨਾਂ ਨੇ ਕੰਨਿਆਵਧ ਨੂੰ ਬੁਰਾ ਦੱਸਿਆ ਅਤੇ ਇਸ ਦੇ ਵਿਰੁੱਧ ਪ੍ਰਚਾਰ ਕੀਤਾ। ਉਹਨਾਂ ਨੇ ਬਾਲ ਵਿਆਹ ਦੇ ਵਿਰੁੱਧ ਵੀ ਜ਼ੋਰਦਾਰ ਅਭਿਆਨ ਚਲਾਇਆ। ਉਹਨਾਂ ਨੇ ਬਹੁ ਵਿਵਾਹ ਦੇ ਵਿਰੁੱਧ ਵੀ ਆਵਾਜ਼ ਉਠਾਈ। ਉਹਨਾਂ ਨੇ ਪਰਦਾ ਪ੍ਰਥਾ ਨੂੰ ਇਸਤਰੀਆਂ ਦੇ ਵਿਕਾਸ ਦੇ ਰਾਹ ਦੇ ਵਿੱਚ ਇੱਕ ਵੱਡੀ ਰੁਕਾਵਟ ਦੱਸਿਆ ਅਤੇ ਇਸ ਪ੍ਰਥਾ ਦੇ ਵਿਰੁੱਧ ਪ੍ਰਚਾਰ ਕੀਤਾ। ਉਹਨਾਂ ਨੇ ਇਸਤਰੀਆਂ ਨੂੰ ਸਿੱਖਿਆ ਅਤੇ ਸੰਪੱਤੀ ਦਿੱਤੇ ਜਾਣ ਦੇ ਪੱਖ ਵਿੱਚ ਪ੍ਰਚਾਰ ਕੀਤਾ। ਉਹਨਾਂ ਨੇ ਵਿਧਵਾ ਵਿਆਹ ਦੇ ਪੱਖ 'ਤੇ ਵੀ ਜ਼ੋਰ ਦਿੱਤਾ। ਸਤੀ ਪ੍ਰਥਾ ਦੇ ਅੰਤ ਦੇ ਇਤਿਹਾਸ ਵਿੱਚ ਰਾਜਾ ਰਾਮ ਮੋਹਨ ਰਾਏ ਦਾ ਨਾਂ ਹਮੇਸ਼ਾ ਅਮਰ ਰਹੇਗਾ। ਉਹਨਾਂ ਨੇ ਸਤੀ ਪ੍ਰਥਾ ਦੇ ਵਿਰੁੱਧ ਜਨਮਤ ਤਿਆਰ ਕਰਨ ਦੇ ਉਦੇਸ਼ ਨਾਲ ਸਮਾਚਾਰ ਪੱਤਰਾਂ ਅਤੇ ਪੱਤਰਿਕਾਵਾਂ ਵਿੱਚ ਲੇਖ ਲਿਖੇ। ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਵੀ ਸਤੀ ਪ੍ਰਥਾ 'ਤੇ ਕਾਨੂੰਨੀ ਰੋਕ ਲਾਉਣ ਦੇ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਪ੍ਰਯਾਸ ਸਫਲ ਹੋਏ। 4 ਦਸੰਬਰ 1829 ਈਸਵੀ ਨੂੰ ਲਾਰਡ ਵਿਲੀਅਮ ਬੈਂਟਿਕ ਨੇ ਇੱਕ ਕਾਨੂੰਨ ਦੁਆਰਾ ਸਤੀ ਪ੍ਰਥਾ 'ਤੇ ਰੋਕ ਲਾ ਦਿੱਤੀ।
ਰਾਜਾ ਰਾਮ ਮੋਹਨ ਰਾਏ ਨੇ ਭਾਰਤੀ ਸਮਾਜ ਵਿੱਚ ਪ੍ਰਚਲਿਤ ਜਾਤੀ ਪ੍ਰਥਾ ਦੀ ਵੀ ਸਖਤ ਆਲੋਚਨਾ ਕੀਤੀ। ਉਹਨਾਂ ਨੇ ਇਸ ਪ੍ਰਥਾ ਨੂੰ ਲੋਕਤੰਤਰ ਵਿਰੋਧੀ, ਅਮਾਨਵੀ ਅਤੇ ਰਾਸ਼ਟਰ ਵਿਰੋਧੀ ਦੱਸਿਆ। ਇਸ ਤਰ੍ਹਾਂ ਰਾਜਾ ਰਾਮ ਮੋਹਨ ਰਾਏ ਨੇ ਸਮਾਜਿਕ ਖੇਤਰ ਵਿੱਚ ਵੀ ਬੜੇ ਪ੍ਰਸ਼ੰਸਨੀय ਕੰਮ ਕੀਤੇ। ਅਗਲਾ ਮੇਨ ਪੁਆਇੰਟ ਹੈ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ। ਰਾਜਾ ਰਾਮ ਮੋਹਨ ਰਾਏ ਨੇ ਭਾਰਤੀਆਂ ਵਿੱਚ ਪ੍ਰਚਲਿਤ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਦੇ ਲਈ ਸਿੱਖਿਆ ਦੇ ਪ੍ਰਸਾਰ 'ਤੇ ਜ਼ੋਰ ਦਿੱਤਾ। ਉਹ ਪੱਛਮੀ ਸਿੱਖਿਆ ਦੇ ਸਮਰਥਕ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਨਵਾਂ ਗਿਆਨ ਪ੍ਰਾਪਤ ਕਰਨ ਦੇ ਲਈ ਪੱਛਮੀ ਸਿੱਖਿਆ ਅਨਿਵਾਰਿਆ ਹੈ, ਲਾਜ਼ਮੀ ਹੈ, ਪਰੰਤੂ ਉਸ ਪੱਛਮੀ ਸਿੱਖਿਆ ਦੇ ਅੰਨੇ ਸ਼ਰਧਾਲੂ ਨਹੀਂ ਸਨ। ਉਹਨਾਂ ਨੇ ਕੇਵਲ ਉਹਨਾਂ ਸਿਧਾਂਤਾਂ ਨੂੰ ਹੀ ਅਪਣਾਉਣ ਦੇ ਲਈ ਕਿਹਾ ਜੋ ਭਾਰਤੀ ਸੱਭਿਅਤਾ ਦੇ ਵਿਕਾਸ ਦੇ ਲਈ ਜ਼ਰੂਰੀ ਸਨ। ਉਹਨਾਂ ਨੇ ਲੜਕੀਆਂ ਨੂੰ ਸਿੱਖਿਆ ਦਿੱਤੇ ਜਾਣ ਦੇ ਪੱਖ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ। ਉਹਨਾਂ ਦਾ ਕਥਨ ਸੀ ਕਿ ਜਦ ਤੱਕ ਲੜਕੀਆਂ ਪੜ੍ਹੀਆਂ ਲਿਖੀਆਂ ਨਹੀਂ ਹੋਣਗੀਆਂ ਉਦੋਂ ਤੱਕ ਭਾਰਤ ਵਿਕਾਸ ਦੇ ਰਾਹ 'ਤੇ ਅੱਗੇ ਨਹੀਂ ਵੱਧ ਸਕਦਾ। ਉਹ ਆਧੁਨਿਕ ਵਿਗਿਆਨ ਦੇ ਅਧਿਐਨ ਦੇ ਸਮਰਥਕ ਸਨ। ਉਹਨਾਂ ਨੇ ਭਾਰਤੀਆਂ ਨੂੰ ਅੰਗਰੇਜ਼ੀ ਸਿੱਖਿਆ ਦੇਣ ਦੇ ਲਈ ਲਾਰਡ ਮੈਕਾਲੇ ਦੀ ਯੋਜਨਾ ਨੂੰ ਪੂਰਾ ਸਹਿਯੋਗ ਦਿੱਤਾ। ਉਹਨਾਂ ਨੇ ਸਿੱਖਿਆ ਦੇ ਪ੍ਰਸਾਰ ਦੇ ਲਈ ਅਨੇਕ ਸੰਸਥਾਵਾਂ ਸਥਾਪਿਤ ਕੀਤੀਆਂ। ਇਹਨਾਂ ਵਿੱਚੋਂ 1817 ਈਸਵੀ ਦੇ ਵਿੱਚ ਕਲਕੱਤੇ ਵਿੱਚ ਖੋਲ੍ਹਿਆ ਗਿਆ ਹਿੰਦੂ ਕਾਲਜ ਅਤੇ 1825 ਈਸਵੀ ਵਿੱਚ ਖੋਲ੍ਹਿਆ ਗਿਆ ਵੇਦਾਂਤ ਕਾਲਜ ਪ੍ਰਮੁੱਖ ਸਨ। ਉਹਨਾਂ ਨੇ ਵਿਆਕਰਣ, ਭੂਗੋਲ ਅਤੇ ਰੇਖਾ ਗਣਿਤ ਆਦਿ 'ਤੇ ਬੰਗਲਾ ਭਾਸ਼ਾ ਵਿੱਚ ਟੈਕਸਟ ਬੁੱਕਸ ਲਿਖੀਆਂ ਸਨ ਅਤੇ ਵੇਦਾਂ ਤੇ ਉਪਨਿਸ਼ਦਾਂ ਦਾ ਬੰਗਲਾ ਭਾਸ਼ਾ ਦੇ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਤਰ੍ਹਾਂ ਰਾਜਾ ਰਾਮ ਮੋਹਨ ਰਾਏ ਨੇ ਆਪਣੇ ਯਤਨਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਦੇ ਹੋਏ ਪੂਰਾ ਵੀ ਕਰ ਦਿਆਂਗੇ। ਮੈਂ ਫਿਰ ਦੱਸਦਾ ਕਿਉਂਕਿ ਇਹ ਕੁਐਸਚਨ ਪਿਛਲੇ ਸਾਲ ਆਇਆ ਹੋਇਆ ਹੈ, ਇਸ ਲਈ ਮੈਂ ਥੋੜ੍ਹੀ ਜਿਹੀ ਸਪੀਡ ਅਤੇ ਜ਼ਿਆਦਾ ਸਮੇਂ ਲਾ ਕੇ ਇਸ ਨੂੰ 2 ਦਿਨਾਂ ਵਿੱਚ ਪੂਰਾ ਕਰਾਂਗਾ। ਅਗਲੀ ਕਲਾਸ ਵਿੱਚ ਫਿਰ ਮਿਲਦੇ ਹਾਂ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।